ਅੱਜ ਤਕਰੀਬਨ 100 ਸਾਲ ਹੋ ਗਿਆ ਸਿੱਖ ਜਗਤ ਨੂੰ ਜੂਝਦੇ ਹੋਏ। ਕਿੰਨੀਆਂ ਜਾਨਾਂ ਗਈਆਂ, ਕਿੰਨਾ ਨੁਕਸਾਨ ਹੋਇਆ, ਕੋਈ ਪ੍ਰਾਪਤੀ ਨਹੀਂ ਹੋਈ। ਨਾ ਕੋਈ ਲੀਡਰ ਇਹਨਾਂ ਨੂੰ ਚਾਹੀਦਾ ਮਿਲਿਆ, ਨਾ ਇਹ ਚਾਹੀਦਾ ਲੀਡਰ ਚੁਣ ਸਕੇ। ਮੌਕੇ 'ਤੇ ਜਿਹੜਾ ਇਹਨਾਂ ਨੂੰ ਚਾਹੀਦਾ ਲੀਡਰ ਮਿਲਿਆ ਉਹਦੇ ਮਗਰ ਵੀ ਨਹੀਂ ਲੱਗੇ। ਔਰ ਅੱਜ ਲੱਖਾਂ ਹਜ਼ਾਰਾਂ ਮਰ ਚੁੱਕੇ ਆ। 47 ਤੋਂ ਲੈ ਕੇ 84 ਆਇਆ ਔਰ ਮਰਦੇ ਹੀ ਆ ਰਹੇ ਨੇ, ਉਜੜਦੇ ਆ ਰਹੇ ਨੇ। ਕੁਛ ਵੀ ਪ੍ਰਾਪਤ ਨਹੀਂ ਹੋਇਆ। ਇਹਨਾਂ ਨੂੰ ਲੀਡਰ ਮਾੜੇ ਮਿਲੇ ਜਿਨ੍ਹਾਂ ਨੇ ਕੌਮ ਨੂੰ ਗੁੰਮਰਾਹ ਕੀਤਾ, ਚੰਗੇ ਪਾਸੇ ਨਹੀਂ ਪਾਇਆ, ਚੰਗੇ ਰਾਹ ਨਹੀਂ ਪਾਇਆ। ਔਰ ਕੁਛ ਇਹਨਾਂ ਨੇ ਵੀ ਜਦ ਮੌਕਾ ਮਿਲਿਆ ਸਰਦਾਰ ਕਪੂਰ ਸਿੰਘ ਵਰਗੇ ਜਾਂ ਸੰਤ ਜਰਨੈਲ ਸਿੰਘ ਵਰਗੇ ਲੀਡਰਾਂ ਦੇ ਮਗਰ ਨਹੀਂ ਲੱਗੇ। ਇਹ ਮਗਰ ਲੱਗੇ ਤਾਰੇ ਸਿੰਘ ਦੇ, ਫਤਿਹ ਸਿੰਘ ਦੇ, ਬਾਦਲ ਦੇ, ਟੌੜੇ ਦੇ, ਇਹੋ ਜਿਹੇ ਲੀਡਰਾਂ ਦੇ ਮਗਰ ਲੱਗ ਕੇ ਇਹਨਾਂ ਨੇ ਆਪਣੀ ਤਬਾਹੀ ਕਰਵਾਈ ਹੈ। ਹਾਲੇ ਵੀ ਇਹਨਾਂ ਨੂੰ ਕੋਈ ਲੀਡਰ ਚਾਹੀਦਾ ਮਿਲ ਜਾਏ ਤੇ ਪ੍ਰਾਪਤੀ ਕਰ ਸਕਦੇ ਆ, ਮਗਰ ਕੁਛ ਵੀ ਨਹੀਂ ਦਿਖ ਰਿਹਾ ਕਿ ਕੋਈ ਇਹਨਾਂ ਨੂੰ ਚਾਹੀਦਾ ਲੀਡਰ ਹਾਲੇ ਇਹ ਚੁਣ ਸਕਣਗੇ ਜਾਂ ਇਹਨਾਂ ਨੂੰ ਕੋਈ ਮਿਲ ਜਾਏਗਾ। ਹੁਣ ਮੈਂ ਦੱਸਣਾ ਚਾਹਾਂਗਾ ਕਿ 47 'ਚ ਕਿੱਦਾਂ ਇਹਨਾਂ ਦੀ ਬਰਬਾਦੀ ਹੋਈ। ਅੰਗਰੇਜ਼ਾਂ ਨੇ ਔਰ ਮਿਸਟਰ ਜਿਨਾਹ ਨੇ ਬਾਰ-ਬਾਰ ਅਕਾਲੀ ਲੀਡਰ ਜਿਹੜਾ ਸੀ ਤਾਰਾ ਸਿੰਘ, ਜਿਹੜਾ ਕਿ ਇੱਕ ਪਲਾਂਟਡ ਲੀਡਰ ਸੀ ਸਿੱਖਾਂ ਦੇ ਵਿੱਚ, ਹਿੰਦੂ ਪਰਿਵਾਰ 'ਚੋਂ ਉਹਨੂੰ ਸਿੱਖ ਬਣਾ ਕੇ ਪੰਡਿਤ ਮਦਨ ਮੋਹਨ ਮਾਲਵੀਆ ਔਰ ਖਾਲਸਾ ਕਾਲਜ ਦਾ ਪ੍ਰਿੰਸੀਪਲ ਪੰਡਿਤ ਕੌਲ ਰਲ ਕੇ ਇਹਨਾਂ ਨੇ ਸਿੱਖ ਸਮਾਜ 'ਤੇ ਉਹਨੂੰ ਪਲਾਂਟ ਕੀਤਾ ਲੀਡਰ। ਔਰ ਉਹ ਹਮੇਸ਼ਾ ਨਹਿਰੂ, ਗਾਂਧੀ, ਪਟੇਲ ਉਹਨਾਂ ਦੀ ਗੱਲ 'ਤੇ ਚੱਲਦਾ ਰਿਹਾ। ਸਿੱਖਾਂ ਦੇ ਹੱਕ ਦੀ ਕੋਈ ਗੱਲ ਨਹੀਂ ਉਸਨੇ ਕੀਤੀ। ਇੱਥੋਂ ਤੱਕ ਕਿ ਇਹਨਾਂ ਨੇ ਸਿੱਖਾਂ ਦੀ ਤਬਾਹੀ ਕੀਤੀ। ਉਹ ਕਿੱਦਾਂ ਕੀਤੀ ਉਹ ਛੁਪਾਇਆ ਜਾ ਰਿਹਾ ਇਤਿਹਾਸ ਦੇ ਵਿੱਚ। ਉਹ ਸਹੀ ਇਤਿਹਾਸ ਸਿੱਖਾਂ ਨੂੰ ਦੱਸਿਆ ਨਹੀਂ ਜਾ ਰਿਹਾ, ਦੁਨੀਆ ਦੇ ਹੋਰ ਲੋਕਾਂ ਨੂੰ ਨਹੀਂ ਦੱਸਿਆ ਜਾ ਰਿਹਾ। ਕਿੱਦਾਂ ਸਿੱਖਾਂ ਦੇ ਹੱਕ ਪੋਲੀਟੀਕਲ, ਰਿਲੀਜੀਅਸ, ਕਿੱਦਾਂ 47 ਦੇ ਵਿੱਚ ਮਿਲਦੇ ਮਿਲਦੇ ਇਸ ਤਾਰਾ ਸਿੰਘ ਨੇ ਰਿਫਿਊਜ਼ ਕੀਤੇ। ਰਿਪੀਟਡਲੀ ਇਹਨੂੰ ਆਫਰਸ ਆਈਆਂ ਔਰ ਇਹ ਨਹਿਰੂ ਨੂੰ ਸਲਾਹ ਕਰਕੇ ਸਾਰੀ ਗੱਲ ਨਹਿਰੂ ਨੂੰ ਦੱਸ ਦਿੰਦਾ ਸੀ। ਨਹਿਰੂ ਕਿੱਦਾਂ ਫਿਰ ਪਟੇਲ ਇਹਨੂੰ ਦੱਸਦੇ ਸੀ ਵੀ ਕਿੱਦਾਂ ਤੂੰ ਚੱਲਣਾ, ਕੀ ਕਰਨਾ। ਜਦ 1932 ਦੇ ਵਿੱਚ ਕਮਨਵੈਲਥ ਅਵਾਰਡ ਅੰਗਰੇਜ਼ਾਂ ਨੇ ਜਾਰੀ ਕੀਤਾ, ਉਹਦੇ ਵਿੱਚ ਸਿੱਖਾਂ ਨੂੰ, ਦਲਿਤਾਂ ਨੂੰ, ਹਿੰਦੂਆਂ ਨੂੰ, ਮੁਸਲਮਾਨਾਂ ਨੂੰ ਰੈਕਗਨਾਈਜ਼ ਕੀਤਾ ਔਰ ਪੋਲੀਟੀਕਲ ਰਾਈਟਸ ਇਹਨਾਂ ਦੇ ਰੈਕਗਨਾਈਜ਼ ਕੀਤੇ। ਉਹਦੇ ਵਿੱਚ ਇਹਨਾਂ ਨੂੰ ਨੌਕਰੀਆਂ ਰਿਜ਼ਰਵੇਸ਼ਨ ਦਿੱਤੀ, ਪੋਲੀਟੀਕਲ ਵੋਟਿੰਗ ਇਹਨਾਂ ਦੀ ਸੈਪਰੇਟ ਵੋਟਿੰਗ ਰਾਈਟ ਦਿੱਤੇ ਇਹਨਾਂ ਨੂੰ। ਮਗਰ ਜਦ 47 ਆਇਆ, ਮਾਸਟਰ ਤਾਰਾ ਸਿੰਘ ਨੂੰ ਬਾਰ-ਬਾਰ ਕਿਹਾ ਗਿਆ ਵੀ ਤੁਸੀਂ ਜਿਨ੍ਹਾਂ ਨਾਲ ਸਮਝੌਤਾ ਕਰ ਲਓ। ICS ਅਫਸਰ ਹਰਦਿਤ ਸਿੰਘ ਮਲਿਕ, ਉਹ ਅੰਗਰੇਜ਼ਾਂ ਦੇ EMPLOYE ਸੀ। ਉਹਨਾਂ ਨੂੰ ਅੰਗਰੇਜ਼ਾਂ ਨੇ ਕਿਹਾ ਵੀ ਤੂੰ ਮਾਸਟਰ ਤਾਰਾ ਸਿੰਘ ਨੂੰ ਜਿਨ੍ਹਾਂ ਨੂੰ ਮਿਲਾ, ਸਿੱਖਾਂ ਦੇ ਮਸਲੇ ਦੋਨੋਂ ਬਹਿ ਕੇ ਹੱਲ ਕਰ ਲੈਣ ਤਾਂ ਕਿ ਪੰਜਾਬ ਡਿਵਾਈਡ ਨਾ ਹੋਏ। ਅਗਰ ਜੇ ਪੰਜਾਬ ਡਿਵਾਈਡ ਹੋਏਗਾ ਸਿੱਖਾਂ ਦੀ ਤਬਾਹੀ ਹੋਏਗੀ, ਉਹਦੇ 'ਚ ਨੁਕਸਾਨ ਬਹੁਤ ਹੋਏਗਾ। ਇਹ ਦੋ ਹਿੱਸਿਆਂ 'ਚ ਵੰਡੇ ਜਾਣਗੇ। ਪੰਜਾਬ ਇੱਕੋ ਰਹੇਗਾ ਅਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਫਾਇਦਾ ਸਿੱਖਾਂ ਦਾ ਹੋਏਗਾ। ਇਹ 2 ਅਪ੍ਰੈਲ 1946 ਹਰਦਿਤ ਸਿੰਘ ਮਲਿਕ ICS ਅਫਸਰ ਨੇ ਮਾਸਟਰ ਤਾਰਾ ਸਿੰਘ ਮਹਾਰਾਜਾ ਪਟਿਆਲਾ ਲੈ ਕੇ ਗਿਆ ਮਿਸਟਰ ਜਿਨਾਹ ਨੂੰ ਮਿਲਾਉਣ ਵਾਸਤੇ। ਉੱਥੇ ਉਹਨਾਂ ਦੀ ਮੁਲਾਕਾਤ ਹੋਈ। ਮਿਸਟਰ ਜਿਨਾਹ ਨੇ ਇਹਨਾਂ ਨੂੰ ਆਫਰ ਕੀਤਾ ਤੁਸੀਂ
ਜੋ ਤੁਸੀਂ ਚਾਹੋਗੇ, ਜੋ ਤੁਹਾਡੇ ਆਲਰੇਡੀ ਅੰਗਰੇਜ਼ਾਂ ਨੇ ਹੱਕ ਦਿੱਤੇ ਹੋਏ, ਉਸ ਤੋਂ ਇਲਾਵਾ ਜੋ ਤੁਸੀਂ ਚਾਹੋਗੇ ਅਸੀਂ ਤੁਹਾਨੂੰ ਦਿਆਂਗੇ। ਮਗਰ ਤਾਰਾ ਸਿੰਘ ਨੇ ਰਿਫਿਊਜ਼ ਕਰਤਾ। ਫਿਰ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਮਹਾਰਾਜਾ ਪਟਿਆਲੇ ਨੂੰ ਵੀ ਤੂੰ ਆਪਣਾ ਲਾਰਜਰ ਪਟਿਆਲਾ ਸਟੇਟ ਮੰਗ ਔਨ ਦਾ ਪੈਟਰਨ ਆਫ ਰਾਜਸਥਾਨ, ਫਿਰ ਅਸੀਂ ਸਿੱਖਾਂ ਨੂੰ ਉਹਦੇ 'ਚ ਸਾਰੇ ਜਿੰਨੇ ਸਿੱਖ ਏਰੀਏ ਨੇ ਉਹਦੇ ਵਿੱਚ ਇਕੱਠੇ ਕਰ ਦਿਆਂਗੇ ਔਰ ਤੁਹਾਡੀ ਆਪਣੀ ਸਿੱਖ ਸਟੇਟ ਹੋ ਜਾਏਗੀ। ਮਗਰ ਮਹਾਰਾਜਾ ਪਟਿਆਲਾ ਔਰ ਮਾਸਟਰ ਤਾਰਾ ਸਿੰਘ ਇਹਨਾਂ ਨੇ ਆਲਰੇਡੀ ਪਲਾਨ ਕਰਕੇ ਡਿਸਕਸ ਕਰਕੇ ਨਹਿਰੂ ਦੇ ਨਾਲ ਵੀ ਅਸੀਂ ਕੁਛ ਨਹੀਂ ਲਾਂਗੇ, ਅਸੀਂ ਤੁਹਾਡੇ ਨਾਲ ਹੀ ਜੁਆਇਨ ਕਰਨਾ। ਸੋ ਇਸ ਕਰਕੇ ਫਿਰ ਵੀ ਇਸ ਦੇ ਬਾਵਜੂਦ ਸਿੱਖ ਜਿਹੜੇ ਸੀ ਉਹ ਮੁਸਲਮਾਨਾਂ ਨਾਲ ਉਹ ਪਿਆਰ ਰੱਖਦੇ ਸੀ, ਉਹ ਕੋਈ ਉਹਨਾਂ ਦੀ ਮੁਸਲਮਾਨਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ। ਯੂਨੀਅਨਿਸਟ ਪਾਰਟੀ ਜਿਹੜੀ ਕਿ ਰਾਜ ਕਰਦੀ ਸੀ 1937 ਤੋਂ ਲੈ ਕੇ 47 ਤੱਕ 10 ਸਾਲ ਜਿਹਨੇ ਰਾਜ ਕੀਤਾ ਪੰਜਾਬ ਦੇ ਉੱਤੇ, ਉਹਦੇ ਵਿੱਚ ਮੁਸਲਮਾਨ, ਸਿੱਖ, ਹਿੰਦੂ ਸਾਰੇ ਇਕੱਠੇ ਸੀ ਔਰ ਉਹ ਇੱਕ ਐਗਜ਼ਾਮਪਲ ਸੀ ਅੰਗਰੇਜ਼ਾਂ ਵਾਸਤੇ ਕਿ ਪੰਜਾਬ ਨੂੰ ਡਿਵਾਈਡ ਨਾ ਕੀਤਾ ਜਾਏ, ਇਹ ਤਿੰਨੋਂ ਕਮਿਊਨਿਟੀਜ਼ ਬੜੇ ਪਿਆਰ ਨਾਲ ਇਕੱਠੀਆਂ ਰਹਿ ਸਕਦੀਆਂ। ਜਦ ਇਹਨਾਂ ਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਔਰ ਹੋ ਸਕਦਾ ਅੰਗਰੇਜ਼ ਡਿਵਾਈਡ ਨਾ ਕਰਨ, ਪੰਜਾਬ ਨੂੰ ਕਰਨਾ ਨਹੀਂ ਚਾਹੁੰਦੇ, ਫਿਰ ਪੰਜਾਬ ਜਿਹੜਾ ਗੁੜਗਾਉਂ ਤੱਕ ਆ ਜਾਣਾ ਸੀ ਔਰ ਸਾਰਾ ਇੱਕ ਸਟੇਟ ਜਿਹੜੀ ਪੰਜਾਬ ਸਟੇਟ ਇਹਨੇ ਪਾਕਿਸਤਾਨ 'ਚ ਜਾ ਰਲਣਾ ਸੀ। ਉਹਦੇ ਨਾਲ ਇੰਡੀਆ ਦਾ ਜਿਹੜਾ ਲੈਂਡਲਾਈਨ ਕਨੈਕਸ਼ਨ ਜਿਹੜਾ ਹੈ ਕਸ਼ਮੀਰ ਨਾਲ ਵੀ ਖਤਮ ਹੋ ਜਾਂਦਾ ਸੀ। ਇਹਨਾਂ ਨੇ ਫਿਰ ਮਾਸਟਰ ਤਾਰਾ ਸਿੰਘ ਨੂੰ ਚੁੱਕਿਆ ਵੀ ਮਾਸਟਰ ਜੀ ਹੁਣ ਕੁਝ ਕਰੋ, ਇਹ ਸਾਰਾ ਰਾਜਾ ਇਕੱਠੇ ਹੋ ਜਾਣਗੇ ਅਤੇ ਅਸੀਂ ਸਾਡਾ ਜਿਹੜਾ ਹਿੰਦੁਸਤਾਨ ਜਿਹੜਾ ਹਿੰਦੂ ਇੰਡੀਆ ਜਿਹੜਾ ਉਹ ਕਮਜ਼ੋਰ ਪੈ ਜਾਏਗਾ। ਫਿਰ ਮਾਸਟਰ ਤਾਰਾ ਸਿੰਘ ਨੇ 3 ਮਾਰਚ 1947 ਲਾਹੌਰ ਦੇ ਵਿੱਚ ਮੁਸਲਿਮ ਲੀਗ ਦਾ ਝੰਡਾ ਆਪਣੀ ਕਿਰਪਾਨ ਕੱਢ ਕੇ ਉਹਨੇ ਫਾੜਿਆ, ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ ਔਰ ਇਹਦੇ ਨਾਲ ਉਸ ਮੌਕੇ 'ਤੇ ਹਿੰਦੂ ਮਹਾਸਭਾ, ਕਾਂਗਰਸ, RSS ਦੇ ਬੰਦੇ ਔਰ ਅਕਾਲੀ ਇਹਦੇ ਨਾਲ ਸੀ ਮਾਸਟਰ ਤਾਰਾ ਸਿੰਘ ਦੇ। ਉਸ ਤੋਂ ਬਾਅਦ ਇਹ 3 ਮਾਰਚ ਦੀ ਗੱਲ ਹੈ, 5-6 ਮਾਰਚ ਤੋਂ 60-70 ਸਿੱਖ ਰਾਵਲਪਿੰਡੀ ਜਿਹੜਾ ਮਾਸਟਰ ਤਾਰਾ ਸਿੰਘ ਦਾ ਇਲਾਕਾ ਸੀ ਉੱਥੇ ਦੇ ਸਿੱਖ ਮਾਰੇ ਗਏ। ਇਸ ਨੂੰ ਤਾਰੇ ਸਿੰਘ ਨੂੰ ਉਸ ਤੋਂ ਵੀ ਅਕਲ ਨਹੀਂ ਆਈ ਵੀ ਇੱਦਾਂ ਸਿੱਖ ਦਾ ਨੁਕਸਾਨ ਹੋ ਸਕਦਾ ਅਗਰ ਜੇ ਅਸੀਂ ਇੱਦਾਂ ਦੇ ਕੰਮ ਕਰਾਂਗੇ ਤੇ ਗਲਤ ਪੋਲੀਟੀਕਲ ਸਟੈਪ ਲਵਾਂਗੇ। ਇਸ ਨੇ ਫਿਰ ਪਲਾਨ ਕੀਤਾ, ਕਾਂਗਰਸੀ ਲੀਡਰਾਂ ਦੇ ਇਹ ਸਾਰਾ ਰਿਕਾਰਡ ਐਕਚੁਅਲੀ ਗੱਲਾਂ ਹੀ ਬਾਤੀ ਮਿਲ ਕੇ ਗੱਲਾਂ ਬਾਤੀ ਕਰਦੇ ਸੀ। ਪਲਾਨ ਕੀਤਾ ਵੀ ਜਿਨ੍ਹਾਂ ਨੂੰ ਮਾਰ ਦਿਓ, ਜੇ ਜਿਨ੍ਹਾਂ ਹੀ ਮਰ ਗਿਆ ਤੇ ਪਾਕਿਸਤਾਨ ਦਾ ਜਿਹੜਾ ਵਜੂਦ ਖਤਮ ਹੋ ਜਾਏਗਾ, ਜੋ ਪਾਕਿਸਤਾਨ ਦੀ ਡਿਮਾਂਡ ਹੈ ਉਹ ਖਤਮ ਹੋ ਜਾਏਗੀ। ਇਹ ਜਿਹੜੀ ਹੈ ਨਾ ਕਾਂਗਰਸ ਨੇ ਨਾ ਅਕਾਲੀਆਂ ਨੇ ਕੋਈ ਰਿਕਾਰਡ ਨਹੀਂ, ਮਗਰ ਲਾਰਡ ਮਾਊਂਟਬੈਟਨ ਨੇ ਇਹ ਪੂਰਾ ਰਿਕਾਰਡ ਟਾਪ ਸੀਕ੍ਰੇਟ ਡਾਕੂਮੈਂਟ ਆਪਣਾ ਉਹ ਜਿਹੜਾ ਉਹ ਆਪਣਾ ਰਿਕਾਰਡ ਬਣਾਇਆ, ਬ੍ਰਿਟਿਸ਼ ਰਿਕਾਰਡ ਦੇ ਵਿੱਚ ਹੈ ਉਹ ਮੈਂ ਤੁਹਾਨੂੰ ਦਿਖਾਉਣਾ। ਇਹ ਕਿਤਾਬ ਹੈ ਮਾਊਂਟਬੈਟਨ ਐਂਡ ਦ ਪਾਰਟੀਸ਼ਨ ਆਫ ਇੰਡੀਆ। ਇਸ ਕਿਤਾਬ ਦੇ ਪੇਜ 172 ਤੇ ਟਾਪ ਸੀਕ੍ਰੇਟ ਡਾਕੂਮੈਂਟ ਹੈ ਲਾਰਡ ਮਾਊਂਟਬੈਟਨ ਦਾ। ਇਹ ਉਹ ਡਾਕੂਮੈਂਟ, ਇਸ ਡਾਕੂਮੈਂਟ ਦੇ ਵਿੱਚ ਟਾਪ ਸੀਕ੍ਰੇਟ ਡਾਕੂਮੈਂਟ ਦੇ ਵਿੱਚ ਦੱਸਿਆ ਵੀ ਤਾਰਾ ਸਿੰਘ ਨੇ RSS ਨਾਲ ਮਿਲ ਕੇ ਜਿਨ੍ਹਾਂ ਨੂੰ ਮਾਰਨਾ ਔਰ ਮੁਸਲਮਾਨ ਜਿਹੜੇ ਦਿੱਲੀ ਤੋਂ ਕਰਾਚੀ ਜਾਣਗੇ ਟ੍ਰੇਨਾਂ ਦੇ ਵਿੱਚ ਉਹਨਾਂ ਨੂੰ ਮਾਰਨਾ। ਇਹ ਇੱਕ ਹੋਰ ਕਿਤਾਬ ਹੈ ਫਰੀडम ਐਟ ਮਿਡਨਾਈਟ।
Freedom at Midnight। ਇਹ ਕਿਤਾਬ ਇਹਦੇ 'ਚ ਦਿੱਤਾ ਹੋਇਆ ਇਹ ਇਹਨਾਂ ਦਾ ਪਲਾਨ ਸੀ ਸਾਰਾ। ਜਦ ਉਸ ਮੀਟਿੰਗ ਜਿਹੜੀ ਮੀਟਿੰਗ ਸੀ 5 ਅਗਸਤ 1947 ਨੂੰ ਹੋਈ, ਉਸ ਮੀਟਿੰਗ ਵਿੱਚ ਲਾਰਡ ਮਾਊਂਟਬੈਟਨ, ਮਿਸਟਰ ਜਿਨਾ, ਲਿਆਕਤ ਅਲੀ ਔਰ ਮਿਸਟਰ ਪਟੇਲ ਇਹ ਸਾਰੇ ਸੀ। ਉਸ ਮੀਟਿੰਗ ਦੇ ਵਿੱਚ ਇਹ ਡਿਸਕਲੋਜ਼ ਕੀਤਾ CID ਅਫਸਰ ਨੇ ਵੀ ਇਸ ਤਰ੍ਹਾਂ ਮਾਸਤਾਰਾ ਸਿੰਘ ਦਾ ਪਲਾਨ ਹੈ ਔਰ ਤੁਸੀਂ ਬੜੇ ਕੇਅਰਫੁਲ ਰਹਿਣਾ। ਔਰ ਜਿਨ੍ਹਾਂ ਦੇ ਨਾਲ ਮਾਊਂਟਬੈਟਨ ਖੁਦ ਉਸ ਜਹਾਜ਼ 'ਚ ਗਿਆ ਤਾਂ ਕਿ ਅਗਰ ਜੇ ਜਿਨ੍ਹਾਂ 'ਤੇ ਕੋਈ ਅਟੈਕ ਹੁੰਦਾ ਤੇ ਲਾਰਡ ਮਾਊਂਟਬੈਟਨ ਖੁਦ ਉਹਦੇ ਵਿੱਚ ਮਰਨ ਵਾਸਤੇ ਤਿਆਰ ਹੈ। ਜਦ ਇਹ ਗੱਲ ਪਤਾ ਲੱਗ ਗਈ ਮੁਸਲਿਮ ਲੀਗ ਵਾਲਿਆਂ ਨੂੰ, ਲੀਕ ਆਊਟ ਹੋ ਗਈ, ਉਹਨਾਂ ਨੇ ਫਿਰ ਸਿੱਖ ਪੱਛਮੀ ਪੰਜਾਬ 'ਚ ਸਿੱਖ ਜਿਹੜੇ ਸੀ ਉਹ ਮਾਰਨੇ ਔਰ ਕੱਢਣੇ ਸ਼ੁਰੂ ਕਰਤੇ। ਉਹਨਾਂ ਨੇ ਕੋਈ ਹਿੰਦੂ ਨਹੀਂ ਮਾਰਿਆ, ਸਿਰਫ ਸਿੱਖ ਮਾਰੇ। ਮਾਰ ਕੇ ਇਸ ਤਰ੍ਹਾਂ 5-6 ਲੱਖ ਸਿੱਖ ਮਰਿਆ, 40-45 ਲੱਖ ਉਜੜ ਕੇ ਆਇਆ। ਇਹ ਪੰਥ ਰਤਨ ਕਹਿੰਦੇ ਇਹਨੂੰ, ਮਾਸਤਾਰਾ ਸਿੰਘ ਨੂੰ। ਇਹ ਉਹ ਪੰਥ ਰਤਨ ਹੈ ਜਿਹਨੇ ਸਿੱਖਾਂ ਦੇ ਇਤਿਹਾਸ ਸਭ ਤੋਂ ਜ਼ਿਆਦਾ ਸਿੱਖ ਮਰਵਾਏ। ਇਹ ਇਤਿਹਾਸ ਨਾ ਹਿੰਦੂ ਮੀਡੀਆ, ਹਿੰਦੂ ਰਾਈਟਰ, ਨਾ ਸਿੱਖ ਰਾਈਟਰ ਇਹ ਦੱਸਣਾ ਚਾਹੁੰਦੇ ਨੇ। ਇਹ ਦੁਨੀਆ ਦੇ ਅੱਗੇ ਨਹੀਂ ਦੱਸਣਾ ਚਾਹੁੰਦੇ। ਕਿਉਂ ਕਿ ਇੱਕ ਕਨਸਪੀਰੇਸੀ ਜਿਹੜੀ ਇੱਕ ਸਿੱਖ ਕੌਮ ਦੇ ਨਾਲ ਕੀਤੀ ਗਈ ਪਲਾਨ ਕਰਕੇ ਔਰ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ। ਕਿੱਥੇ ਸਿੱਖ ਕੌਮ ਦਾ ਕਿੰਨਾ ਦੂਰ ਤੱਕ ਰਾਜ ਹੁੰਦਾ ਸੀ ਔਰ ਉਸ ਕੌਮ ਨੂੰ ਅੱਜ ਜਲੀਲ ਬਣਾ ਕੇ, ਗੁਲਾਮ ਬਣਾ ਕੇ ਰੱਖਿਆ ਹੋਇਆ, ਹਿੰਦੂ ਬਣਾਤਾ। ਕਾਨੂੰਨੀ ਤੌਰ 'ਤੇ ਸਾਡੇ 'ਤੇ ਸੰਵਿਧਾਨ ਜਿਹੜਾ ਲਾਗੂ ਹੁੰਦਾ ਹੈ, ਹਰ ਕਾਨੂੰਨ ਸਾਨੂੰ ਹਿੰਦੂ ਡਿਫਾਈਨ ਕਰਦਾ। ਔਰ ਇਹ ਵੀ ਪਟੇਲ ਨੇ ਮਾਸਤਾਰਾ ਸਿੰਘ ਨੂੰ ਪੁੱਛ ਕੇ ਕੀਤਾ ਵੀ ਅਸੀਂ ਤੁਹਾਨੂੰ ਸੰਵਿਧਾਨ ਦੇ ਵਿੱਚ ਔਰ ਕਾਨੂੰਨ ਦੇ ਵਿੱਚ ਹਿੰਦੂ ਲਿਖਣਾ, ਔਰ ਉਹਨੇ ਮਨਜ਼ੂਰ ਕਰ ਲਿਆ। ਹਾਂ, ਕਹਿੰਦਾ ਅਸੀਂ ਹਿੰਦੂ ਹੀ ਹਾਂ, ਮੈਂ ਵੀ ਹਿੰਦੂ ਹੀ ਹਾਂ, ਸਿੱਖ ਬਣਿਆ ਹੋਇਆ ਮੈਂ। ਉਸਨੇ ਮਨਜ਼ੂਰ ਕੀਤਾ। ਇਹ ਸਾਰੀ ਗੱਲ ਬੋਥ ਦਾ ਹਾਊਸਿਸ ਆਫ ਪਾਰਲੀਮੈਂਟ, ਲੋਕ ਸਭਾ, ਰਾਜ ਸਭਾ ਦੇ ਵਿੱਚ ਡਾਕਟਰ ਰਫੀਕ ਜ਼ਕਰੀਆ ਨੇ ਕਨਫਰਮ ਕੀਤੀ ਹੈ। ਇਹ ਉਦੋਂ ਕੀਤੀ ਜਦ ਬਾਦਲ ਨੇ ਆਰਟੀਕਲ 25 ਦਾ ਫੋਟੋ ਕਾਪੀ ਦਿੱਲੀ ਦੇ ਵਿੱਚ ਸਾੜੀ। ਉਦੋਂ ਫਿਰ ਉਹਨੇ ਕਲੈਰੀਫਾਈ ਕੀਤਾ ਵੀ ਇਹ ਹੁਣ ਇਸ਼ੂ ਰੇਜ਼ ਕਰ ਰਹੇ ਨੇ 83 ਦੇ ਵਿੱਚ, ਜਦ ਕਿ ਇਹ ਸੰਵਿਧਾਨ ਦੇ ਵਿੱਚ 1949-50 ਦੇ ਵਿੱਚ ਇਹ ਮੰਨ ਚੁੱਕੇ ਹੈ ਔਰ ਇਹ ਮੰਨਿਆ ਵੀ ਤਾਰਾ ਸਿੰਘ ਹੈ। ਇਹ ਬਾਅਦ 'ਚ ਇਸ਼ੂ ਖੜੇ ਕਰਦੇ ਆ ਜਦ ਕਿ ਇਹਨਾਂ ਦੇ ਲੀਡਰ ਸਾਡੇ ਤੋਂ ਮੰਨ ਚੁੱਕੇ ਆ। ਅੱਛਾ, ਇੱਕ ਹੋਰ ਜਿਹੜੀ ਇੱਕ ਬੜੀ ਅਹਿਮ ਗੱਲ ਹੈ ਸਿੱਖਾਂ ਵਾਸਤੇ, ਜਿੱਦਾਂ ਤਾਰਾ ਸਿੰਘ ਨੇ, ਕਿੱਦਾਂ ਨਹਿਰੂ ਨੇ ਆਫਰ ਕੀਤਾ ਇੱਕ ਦਫਾ, ਉਦੋਂ ਗਾਂਧੀ ਜਿਉਂਦਾ ਸੀ। ਇਹ 20/9/1947 ਦੀ ਗੱਲ ਹੈ, 20/9/1947। ਇਹ ਕਿਤਾਬ ਹੈ ਇੰਡੀਆ ਫਰੋਮ ਕਰਜ਼ਨ ਟੂ ਨਹਿਰੂ ਐਂਡ ਆਫਟਰ, ਦੁਰਗਾ ਦਾਸ ਦੀ ਲਿਖੀ ਹੋਈ ਹੈ। ਇਹਦੇ ਪੇਜ 269 ਤੇ ਇਹ ਤਾਰੀਖ ਹੈ 20/9/1947। ਮਾਸਤਾਰਾ ਸਿੰਘ ਨਹਿਰੂ ਨੂੰ ਮਿਲਦਾ। नेहरू कहता है, मास्टर जी आपकी कम्यूनिटी का खालिस्तान बना दें। मैं तुहानूं हिंदी पंजाबी दस रहा ताकि आम लोगों को पता समझ सकन। वैसे मैं अंग्रेजी पढ़ के सुनाना एग्जैक्टली। पंडित नेहरू replying said that Mastara Singh had met him the previous day
and that he had asked the Sikh leader whether his community wanted Khalistan brackets a Sikh state. Pandit Nehru said that he had never seen Master Singh so crestfallen as on that day. The Sikh leader vehemently protested against any idea of Khalistan and said that the Sikhs, being a very small section of the people of India, would not pick any quarrel with them. They would remain citizen of India and live with Hindus as brothers. ਇਹ ਦੇਖੋ 15 ਅਗਸਤ ਤੋਂ ਤਕਰੀਬਨ 1 ਮਹੀਨਾ ਬਾਅਦ, ਉਦੋਂ ਜਦ ਮਹਾਤਮਾ ਗਾਂਧੀ ਜਿਉਂਦਾ ਸੀ, ਪਟੇਲ ਜਿਉਂਦਾ ਸੀ, ਇਹ ਸਭ ਨੂੰ ਪਤਾ ਸੀ ਵੀ ਸਿੱਖਾਂ ਨੂੰ ਆਟੋਨਮੀ ਦਾ ਵਾਅਦਾ ਕੀਤਾ ਹੋਇਆ। ਇਹ ਪੰਡਿਤ ਨਹਿਰੂ ਨੇ ਆਫਰ ਕੀਤੀ ਮਾਸਟਰ ਸਿੰਘ ਨੂੰ, ਔਰ ਮਾਸਟਰ ਸਿੰਘ ਨੇ ਨਾ ਕਰਤੀ। ਇਸ ਨੂੰ ਤੁਸੀਂ ਪੰਥ ਰਤਨ ਕਹੋਗੇ ਜਾਂ ਗਦਾਰ ਹੈ? ਅੱਜ ਸਿੱਖ ਜਿਸ ਤਰ੍ਹਾਂ ਜਲੀਲ ਹੋ ਰਹੇ ਨੇ ਪੂਰੇ ਇੰਡੀਆ 'ਚ, ਇਹ ਉਹਦੀ ਦੇਣ ਹੈ। ਉਸ ਤੋਂ ਬਾਅਦ ਇਹ ਕੁਛ ਨਾ ਕੁਛ ਸਿੱਖ ਕੌਮ ਨੂੰ ਸੈਟਲ ਨਹੀਂ ਹੋਣ ਦਿੱਤਾ ਤਾਰੇ ਸਿੰਘ ਨੇ, ਨਾ ਕਿਸੇ ਪਾਸੇ ਤਰੱਕੀ ਹੋਣ ਦਿੱਤੀ, ਨਾ ਕੋਈ ਇਕਨੋਮਿਕ ਫਾਈਨੈਂਸ਼ੀਅਲ ਦੂਜੀ ਕੋਈ, ਉਹ ਜੋ ਵੀ ਸਿੱਖਾਂ ਨੇ ਆਪਣੀ ਮਿਹਨਤ ਨਾਲ ਕੀਤਾ, ਇਹਨੇ ਕੋਈ ਲੀਡਰਸ਼ਿਪ ਇਹੋ ਜਿਹੀ ਪ੍ਰੋਵਾਈਡ ਨਹੀਂ ਕੀਤੀ ਤਾਂ ਕਿ ਕੌਮ ਜਿਹੜੀ ਇੱਕ ਇਕੱਠੀ ਰਹਿ ਕੇ ਇੱਕ ਕੁਛ ਤਰੱਕੀ ਕਰ ਸਕੇ। ਉਸ ਤੋਂ ਬਾਅਦ ਕੋਈ ਨਾ ਕੋਈ ਬਹਾਨਾ ਲਾ ਕੇ ਐਜੀਟੇਸ਼ਨ ਲਾਈ ਰੱਖਦਾ ਸੀ, ਲੋਕਾਂ ਨੂੰ ਬੇਵਕੂਫ ਬਣਾਈ ਜਾਂਦਾ ਸੀ। ਨਾਰਾ ਵੀ ਇਹੋ ਜਿਹਾ ਦਿੰਦਾ ਸੀ, ਮੈਂ ਮਰਾਂ ਪੰਥ ਜੀਵੇ। ਮਰਿਆ ਬਿਮਾਰੀ ਨਾਲ, ਆਪਰੇਸ਼ਨ ਕਰਾ ਕੇ, ਪੰਥ ਵਾਸਤੇ ਨਹੀਂ ਮਰਿਆ, ਜਲੀਲ ਹੋ ਕੇ ਮਰਿਆ। ਨਾਰਾ ਦਿੰਦਾ ਸੀ, ਬੇਵਕੂਫ ਲੋਕਾਂ ਨੂੰ, ਆਮ ਲੋਕਾਂ ਨੂੰ ਗੁੰਮਰਾਹ ਕਰਦਾ ਸੀ, ਮੈਂ ਮਰਾਂ ਪੰਥ ਜੀਵੇ। ਪੰਥ ਨੂੰ ਮਰਵਾਇਆ ਇਸਨੇ। ਆਪ 82 ਸਾਲ ਭੋਗ ਕੇ ਪ੍ਰੋਸਟੇਟ ਗਲੈਂਡ ਦੇ ਆਪਰੇਸ਼ਨ ਨਾਲ ਮਰਿਆ। ਮਰਮਤ ਰੱਖ ਲੈਣਾ, ਕਰ ਲੈਣਾ, ਉਹ ਕਰ ਲੈਣਾ, ਲੋਕਾਂ ਨੂੰ, ਸਿੱਖਾਂ ਨੂੰ, ਕੌਮ ਨੂੰ ਬੇਵਕੂਫ ਬਣਾਈ ਗਈ। ਫਿਰ ਸਿੱਖਾਂ ਨੂੰ ਵੀ ਇਹਨੇ 2 ਦਫਾ 48 'ਚ ਔਰ 56 'ਚ ਅਕਾਲੀ ਦਲ ਕਾਂਗਰਸ ਦੇ ਵਿੱਚ ਮਰਜ ਕੀਤਾ। ਇਹ ਕਿਸੇ ਨੂੰ ਨਹੀਂ ਪਤਾ, ਨਾ ਕੋਈ ਦੱਸਦੇ ਆ। ਅਕਾਲੀ ਦਲ ਕਾਂਗਰਸ ਦੇ ਵਿੱਚ 1948 ਔਰ 1956 'ਚ ਮਰਜ ਹੋਇਆ। ਅਕਾਲੀ ਦਲ ਹੀ ਨੇ ਖਤਮ ਕਰਤਾ ਸੀ। ਸਿਰਫ ਇੰਨਾ ਕੁ ਰੱਖਿਆ ਸੀ ਵੀ ਗੁਰਦੁਆਰੇ 'ਚ ਵੀ ਅਸੀਂ ਆਪਣਾ ਹਲਵਾ ਮਾਂਡਾ ਖਾਂਦੇ ਰਹਾਂਗੇ। ਕੌਮ ਵਾਸਤੇ ਪੋਲੀਟੀਕਲ ਜੋ ਰਾਈਟਸ ਜੋ ਅੰਗਰੇਜ਼ਾਂ ਨੇ ਦਿੱਤੇ ਸੀ ਵੀ ਤੁਹਾਡੀ ਇਲੈਕਟੋਰੇਟ ਸੈਪਰੇਟ ਹੈ, ਤੁਹਾਡੀਆਂ ਨੌਕਰੀਆਂ ਸੈਪਰੇਟ ਨੇ, ਤੁਹਾਡਾ ਇਹ ਜੋ 1935 ਦੇ ਐਕਟ ਵਿੱਚ ਜੋ ਬੈਨੀਫਿਟ ਦਿੱਤੇ ਸੀ ਸਿੱਖਾਂ ਨੂੰ, ਉਹ ਸਾਰੇ ਖਤਮ ਕਰਤੇ ਸੀ ਜੋ ਅੰਗਰੇਜ਼ਾਂ ਨੇ ਬੈਨੀਫਿਟ ਦਿੱਤੇ। ਦਲਿਤਾਂ ਨੂੰ ਜੋ ਬੈਨੀਫਿਟ, ਸਭ ਤੋਂ ਵੱਡਾ ਦੇਖੋ ਇਹਦਾ ਗਦਾਰੀ ਵਾਲਾ ਕੰਮ, ਡਾਕਟਰ ਅੰਬੇਡਕਰ ਸਿੱਖ ਬਣਨਾ ਚਾਹੁੰਦਾ ਸੀ, ਇਸਨੇ ਉਸਨੂੰ ਸਿੱਖ ਨਹੀਂ ਬਣਦਾ। ਕਿਉਂ? ਕਿ ਉਹ ਪੜ੍ਹਿਆ ਲਿਖਿਆ ਲੀਡਰ ਬਣ ਜਾਏਗਾ ਤੇ ਮੈਂ ਪਿੱਛੇ ਰਹਿ ਜਾਵਾਂਗਾ। ਇਹ ਹਿੰਦੂ ਲੀਡਰਾਂ ਨੇ ਇਹਦੇ ਦਿਮਾਗ 'ਚ ਵੜਿਆ, ਔਰ ਇਹ ਵੀ ਨਹੀਂ ਸੀ ਚਾਹੁੰਦਾ ਕਿ ਉਹ ਸਿੱਖ ਬਣੇ, ਕਿਉਂਕਿ ਲੀਡਰ ਡਾਕਟਰ ਅੰਬੇਡਕਰ ਸਭ ਤੋਂ PhD ਸੀ। ਉਹ ਹਿੰਦੂ ਲੀਡਰ ਜਿਹੜੇ ਨੇ ਕਾਂਗਰਸ, ਗਾਂਧੀ, ਨਹਿਰੂ ਵਗੈਰਾ, ਉਹਨਾਂ ਨਾਲੋਂ ਵੀ ਪੜ੍ਹਿਆ ਸੀ ਜ਼ਿਆਦਾ, PhD ਸੀ ਉਹ ਅਮਰੀਕਾ ਤੋਂ। ਉਹਨੇ ਆਪਣੀ ਵਕਾਲਤ ਇੰਨੀ ਚਲਾਈ ਬੰਬੇ ਦੇ ਵਿੱਚ, ਪੂਰੇ ਇੰਡੀਆ 'ਚ। ਉਹਦੀ ਤੁਸੀਂ ਬੰਬੇ ਜਾ ਕੇ ਕੋਠੀ ਦੇਖੋ, ਕਿੱਡੀ ਵੱਡੀ ਆਲੀਸ਼ਾਨ ਕੋਠੀ ਹੈ। ਇਹ ਟਿੱਚੂ ਜਿਹਾ ਮਾਸਟਰ ਸਕੂਲ 3rd ਗ੍ਰੇਡ ਸਕੂਲ ਟੀਚਰ ਸੀ, ਤੇ ਇਹ ਆਪਣੇ 4 ਬੱਚੇ ਤੇ ਆਪਣੀ ਫੈਮਿਲੀ ਸਾਰੇ ਪੰਥਕ ਪੈਸੇ ਤੋਂ ਚਲਾਉਂਦਾ ਰਿਹਾ, ਖਾਂਦਾ ਰਿਹਾ ਸਾਰੀ ਉਮਰ। ਉਹ ਇੰਨਾ ਇੰਟਲੈਕਚੁਅਲ ਸੀ ਬੰਦਾ।
ਉਹਦੇ ਤੋਂ ਜਿਹੜੇ ਉੱਚ ਜਾਤੀ ਵਾਲੇ ਬ੍ਰਾਹਮਣ ਹਿੰਦੂ ਸੀ ਉਹ ਵੀ ਡਰਦੇ ਸੀ ਡਾਕਟਰ ਅੰਬੇਡਕਰ ਤੋਂ ਵੀ ਇਹ ਇੰਨਾ ਇੰਟੈਲੈਕਚੁਅਲ ਹੈ। ਉਹ ਪੂਰੀ ਕੌਮ ਨੂੰ ਉਹ ਕੁਝ ਦਵਾ ਗਿਆ। ਅੱਜ ਅਗਰ ਜੇ ਦਲਿਤ ਕੋਈ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਜਾਂ ਨੌਕਰੀਆਂ 'ਚ ਬੈਨੀਫਿਟ ਨੇ, ਉਹ ਡਾਕਟਰ ਅੰਬੇਡਕਰ ਨੇ, ਉਹਦੇ ਕਰਕੇ ਨੇ। ਉਹਨੂੰ ਨਹੀਂ ਸਿੱਖ ਬਣ ਦਿੱਤਾ ਇਹਨੇ। ਫਿਰ ਜਦ ਰਿਜ਼ਰਵੇਸ਼ਨ ਦੀ 47 ਤੋਂ ਬਾਅਦ ਰਿਜ਼ਰਵੇਸ਼ਨ ਦਲਿਤ ਨੂੰ ਦਿੱਤੀ, ਦਲਿਤ ਸਿੱਖ ਸੀ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਸੀ, ਮਗਰ ਇਸਨੇ ਕਿਹਾ ਨਹੀਂ ਇਹ ਸਾਡੇ 'ਚ ਕੋਈ ਜਾਤੀਵਾਦ ਨਹੀਂ ਹੈ, ਇਹਨਾਂ ਨੂੰ ਰਿਜ਼ਰਵੇਸ਼ਨ ਨਾ। ਉਹ ਸਾਰੇ ਰਿਜ਼ਰਵੇਸ਼ਨ ਦੇ ਕਰਕੇ ਦਲਿਤ ਸਿੱਖ ਜਿਹੜੇ ਸੀ ਉਹ ਫਿਰ ਹਿੰਦੂ ਬਣ ਗਏ ਤਾਂ ਕਿ ਨੌਕਰੀ, ਕੇਸ ਨਹੀਂ ਉਹਨਾਂ ਨੇ ਮਨਾਏ, ਪੱਗ ਦਾੜੀ ਬੰਨ੍ਹਦੇ ਰਹੇ, ਮਗਰ ਕਾਗਜ਼ਾਂ 'ਚ ਉਹਨਾਂ ਨੇ ਹਿੰਦੂ ਲਿਖਵਾਉਣਾ ਸ਼ੁਰੂ ਕਰਤਾ ਤਾਂ ਕਿ ਉਹਨਾਂ ਨੂੰ ਰਿਜ਼ਰਵੇਸ਼ਨ ਵਾਲੀ ਨੌਕਰੀ ਮਿਲੇ। ਫਿਰ 1956 ਦੇ ਵਿੱਚ ਦੇਖ ਲਓ, 47 48 ਤੋਂ ਇੰਨੇ ਸਾਲ ਉਹ ਜਿਹੜੇ ਦਲਿਤ ਸਿੱਖ ਸੀ ਉਹ ਆਪਣੇ ਆਪ ਨੂੰ ਹਿੰਦੂ ਲਿਖਾ ਕੇ ਤੇ ਉਹ ਨੌਕਰੀਆਂ ਲੈਂਦੇ ਰਹੇ। 56 'ਚ ਫਿਰ ਇਹ ਕਾਨੂੰਨ ਇਹਨਾਂ ਨੇ ਜ਼ੋਰ ਪਾ ਕੇ, ਬਾਕੀ ਦੇ ਅਕਾਲੀਆਂ ਨੇ ਜ਼ੋਰ ਪਾ ਕੇ ਉਹ ਕਾਨੂੰਨ ਅਮੈਂਡ ਕੀਤਾ ਤੇ ਜਿਹੜੇ ਹੁਣ ਦਲਿਤ ਸਿੱਖ ਨੇ ਉਹਨਾਂ ਨੂੰ ਵੀ ਨੌਕਰੀਆਂ ਮਿਲਦੀਆਂ ਔਨ SC SC ST ਦੇ ਬੇਸਿਸ 'ਤੇ। ਹੋਰ ਬੜੀਆਂ ਇਸਨੇ ਕੀਤੀਆਂ ਇਹੋ ਜਿਹੀਆਂ। ਇਸ਼ਰਾਕ ਕਪੂਰ ਸਿੰਘ ਨੇ ICS ਜਿਹੜੇ ਨੇ ਸਾਚੀ ਸਾਖੀ ਦੇ ਵਿੱਚ ਬੜਾ ਐਕਸਪੋਜ਼ ਕੀਤਾ ਇਸ ਨੂੰ ਬਹੁਤ। ਇਸ਼ਰਾਕ ਕਪੂਰ ਸਿੰਘ ਦੀ ਜਿਸ ਨੂੰ ਪੰਜਾਬੀ ਆਉਂਦੀ ਹੈ ਉਹ ਹੁਣ ਅੰਗਰੇਜ਼ੀ 'ਚ ਵੀ ਛਪ ਚੁੱਕੀ ਹੈ ਕਿਤਾਬ। ਉਹ ਸਾਚੀ ਸਾਖੀ ਪੜ੍ਹਨੀ ਚਾਹੀਦੀ ਹੈ, ਔਰ ਉਹ ਅੰਗਰੇਜ਼ੀ ਵਾਲੀ ਵੀ ਔਰ ਪੰਜਾਬੀ ਵਾਲੀ, ਜਿਹੜਾ ਲੈਂਗੁਏਜ ਜਿਹੜੀ ਜਾਣ। ਉਸ ਤੋਂ ਬਾਅਦ ਸਿੱਖ ਤੜਫਦੇ ਰਹੇ ਉਹਨਾਂ ਨੂੰ ਪੋਲੀਟੀਕਲ ਪਾਵਰ ਵਾਸਤੇ, ਜੋ ਕਿ ਉਹਨਾਂ ਦਾ ਹੱਕ ਸੀ। ਸਦੀਆਂ ਤੋਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ, ਇਹ ਜਿੰਨੇ ਸੀਗੇ ਪੋਲੀਟੀਕਲ ਰਾਜੇ, ਇਹਨਾਂ ਦੇ ਪੋਲੀਟੀਕਲ ਰਾਈਟ ਸੀ। ਅੰਗਰੇਜ਼ਾਂ ਨੇ ਇਹਨਾਂ ਨੂੰ ਰਾਈਟ ਦਿੱਤਾ ਸੀ। ਸਿੱਖਾਂ ਨੂੰ ਵੀ ਉਹ ਜਾਣ ਦੇਣਾ ਚਾਹੁੰਦੇ ਸੀ ਸਿੱਖ, ਬਈ ਤੁਹਾਡਾ ਸਿੱਖ ਰਾਜ ਅਸੀਂ ਖੋਇਆ, ਤੁਹਾਨੂੰ ਅਸੀਂ ਜਾਂਦੇ ਕੁਝ ਦੇ ਕੇ ਜਾਂਦੇ। ਇਸਨੇ ਨਹੀਂ ਲਿਆ, ਉਸਨੇ ਕਿਹਾ ਨਹੀਂ ਤੁਸੀਂ ਜਾਓ, ਅਸੀਂ ਹਿੰਦੂਆਂ ਤੋਂ ਲਾਂਗੇ। ਉਹ ਅੰਗਰੇਜ਼ ਜੋ ਦਿੰਦੇ ਸੀ ਉਹਨਾਂ ਤੋਂ ਨਹੀਂ ਲਿਆ। ਅੰਗਰੇਜ਼ ਹਿੰਦੂਆਂ ਨੇ ਜੋ ਕਹਿੰਦੇ ਸੀ ਦਿਆਂਗੇ, ਉਹਨਾਂ ਨੇ ਦਿੱਤਾ ਕੁਝ ਨਹੀਂ। ਜੇ ਦਿੱਤਾ ਵੀ ਤੇ ਇਹਨੇ ਮੌਕੇ 'ਤੇ ਨਾ ਕਰਤੀ, ਜੇ ਆਫਰ ਵੀ ਕੀਤੀ। ਸੋ ਜਦੋਂ ਜੇ ਚਲਦੇ ਚਲਦੇ ਗੱਲ ਅਖੀਰ ਜਿਹੜੀ ਹੈ 84 ਤੇ ਆ ਜਾਂਦੀ ਹੈ। 84 ਤੇ ਸੰਤ ਜਰਨੈਲ ਸਿੰਘ ਨੂੰ ਇਹਨਾਂ ਨੇ, ਮੀਡੀਆ ਨੇ ਇੰਨਾ ਬਦਨਾਮ ਕੀਤਾ ਵੀ ਇਹ ਖਾਲਿਸਤਾਨ ਮੰਗਦਾ, ਇਹ ਪਾਕਿਸਤਾਨ ਨਾਲ ਮਿਲ ਗਿਆ, ਇਹ ਹਿੰਦੂ ਮਰਵਾਉਂਦਾ। ਇਹ ਸਭ ਝੂਠ, ਸਭ ਮੀਡੀਆ ਝੂਠ, ਗੌਰਮੈਂਟ ਦੇ ਕਹੇ 'ਤੇ। ਜਿਸ ਇੱਕ ਸਟ੍ਰੈਟਜੀ ਹੁੰਦੀ ਹੈ, ਪੋਲੀਟੀਕਲ ਸਟ੍ਰੈਟਜੀ ਹੁੰਦੀ ਹੈ, ਜਿਸ ਬੰਦੇ ਨੂੰ ਤੁਸੀਂ ਮਰਵਾਉਣਾ ਨਾ, ਖਤਮ ਕਰਨਾ, ਉਹਨੂੰ ਤੁਸੀਂ ਪਬਲਿਕ ਇਮੇਜ ਦੇ ਵਿੱਚ ਉਹਦਾ ਇੱਕ ਮਾੜਾ ਇਮੇਜ ਕ੍ਰੀਏਟ ਕਰ ਦਿਓ। ਕ੍ਰਿਮੀਨਲ ਦਾ ਇਮੇਜ ਕ੍ਰੀਏਟ ਕਰ ਦਿਓ ਵੀ ਇਹ ਤਾਂ ਹੈ ਹੀ ਬਦਮਾਸ਼ ਹੈ, ਕ੍ਰਿਮੀਨਲ ਹੈ। ਫਿਰ ਇਹੋ ਜਿਹੇ ਬੰਦੇ ਨੂੰ ਝੂਠੇ ਮੁਕਾਬਲੇ ਮਾਰ ਦਿਓ ਤੇ ਲੋਕੀ ਕਹਿੰਦੇ ਵੀ ਇਹ ਤਾਂ ਹੈ ਹੀ ਮਾੜਾ ਸੀ। ਸੰਤ ਜਰਨੈਲ ਸਿੰਘ ਦਾ ਇੱਦਾਂ ਦਾ ਇਮੇਜ ਇਹਨਾਂ ਨੇ ਕ੍ਰੀਏਟ ਕਰਨਾ ਚਾਹਿਆ, ਇਹਨਾਂ ਦੇ ਮੀਡੀਆ ਨੇ। ਇਹ ਮੀਡੀਆ ਇਹਨਾਂ ਦਾ ਮੈਂ ਐਕਸਪੋਜ਼ ਕੀਤਾ ਇਸ ਕਿਤਾਬ 'ਚ। ਸੰਤ ਜਰਨੈਲ ਸਿੰਘ ਨੇ ਕਦੀ ਖਾਲਿਸਤਾਨ ਨਹੀਂ ਮੰਗਿਆ। ਸੰਤ ਜਰਨੈਲ ਸਿੰਘ ਨੇ ਹਾਲੇ ਤੱਕ ਕਿਸੇ ਨੇ ਦੱਸਿਆ ਨਹੀਂ। ਸੰਤ ਜਰਨੈਲ ਸਿੰਘ ਨੇ ਲਿਖਤੀ ਆਪਣੀਆਂ ਮੰਗਾਂ, ਸਿੱਖ ਕੌਮ ਦੀਆਂ ਲਿਖਤੀ ਮੰਗਾਂ, ਮੈਂ ਤੁਹਾਨੂੰ ਦੱਸ ਰਿਹਾ ਪਹਿਲੀ ਦਫਾ। ਇਹ ਦੇਖੋ, ਇਹ ਉਹਨਾਂ ਦੇ ਆਪਣੇ ਜਰਨੈਲ ਸਿੰਘ ਖਾਲਸਾ, ਉਹਦੇ ਥੱਲੇ ਇਹਦੇ 'ਚ ਸਮੂਹ ਸਿੱਖ ਇੱਕ ਮੁੱਠ ਹੋ ਤੇ ਤਿਆਰ ਬਰ ਤਿਆਰ ਰਹੋ। ਇਹ ਸਿੱਖਾਂ ਦੀਆਂ ਜੋ ਮੰਗਾਂ ਸੀ, ਇਹ ਉਹਨਾਂ ਦੀ ਮਈ 1983 ਸ਼ਮਸ਼ੀਰ ਦਸਤ ਮੈਗਜ਼ੀਨ ਉਹਦੇ ਵਿੱਚ ਛਪੀ ਸੀ। ਇਹਦੇ ਵਿੱਚ ਕਿਤੇ ਖਾਲਿਸਤਾਨ ਦੀ ਗੱਲ ਨਹੀਂ, ਕਿਤੇ ਹਿੰਦੂਆਂ ਦੇ ਬਰਖਲਾਫ ਕੋਈ ਗੱਲ ਨਹੀਂ, ਕਿਸੇ ਦੇ ਬਰਖਲਾਫ ਕੋਈ ਗੱਲ ਨਹੀਂ, ਕੋਈ ਪਾਕਿਸਤਾਨ ਨਾਲ ਕੋਈ ਲਿੰਕ ਦੀ ਕੋਈ ਗੱਲ ਨਹੀਂ। ਇਹਨਾਂ ਨੇ ਸੰਤ ਜਰਨੈਲ ਸਿੰਘ ਨੂੰ ਬਦਨਾਮ ਕਰਕੇ ਇਹੋ ਜਿਹਾ, ਐਕਚੁਅਲੀ ਇਹੋ ਜਿਹਾ ਲੀਡਰ, ਇਹਨਾਂ ਨੂੰ ਲੀਡਰ ਮਿਲੇ ਤਾਰਾ ਸਿੰਘ ਵਰਗੇ,
ਫਤਿਹ ਸਿੰਘ ਵਰਗੇ, ਬਾਦਲ ਵਰਗੇ, ਟੌੜੇ ਵਰਗੇ ਜਿਹੜੇ ਵਿਕਦੇ ਰਹੇ ਆਪਣੇ ਨਿੱਜੀ ਮਫਾਦਾਂ ਖਾਤਰ। ਮਗਰ ਭਿੰਡਰਾਂਵਾਲਾ ਵਿਕਣ ਵਾਲਾ ਨਹੀਂ ਸੀ। ਇਹਨਾਂ ਨੇ ਸੋਚਿਆ ਇਹ ਇੱਕ ਲੀਡਰ ਜੇ ਸਿੱਖ ਕੌਮ ਨੂੰ ਮਿਲ ਗਿਆ ਤੇ ਇਹ ਆਪਣਾ ਹੱਕ ਲੈ ਜਾਣਗੇ ਸਾਡੇ ਤੋਂ, ਜਿਹੜੇ ਅਸੀਂ ਇਹਨਾਂ ਦੇ ਦਬਾ ਕੇ ਰੱਖੇ। ਉਸ ਬੰਦੇ ਨੂੰ ਇਹਨਾਂ ਨੇ ਬਦਨਾਮ ਕਰਕੇ ਜਾਣਬੁੱਝ ਕੇ ਮਾਰਿਆ। ਔਰ ਅਕਾਲੀਏ ਮਿਲ ਗਏ ਸੈਂਟਰ ਦੇ ਨਾਲ, ਅਕਾਲੀਆਂ ਨੇ ਮਿਲ ਕੇ, ਤੁਹਾਨੂੰ ਮੈਂ ਸਬੂਤ ਦੱਸਦਾ, ਇਹ ਪਲਾਨ ਸੀ ਇਹਨਾਂ ਦਾ। ਇਹ 83 ਅਕਤੂਬਰ ਦਾ ਇਹਨਾਂ ਦਾ ਆਲਰੇਡੀ ਪਲਾਨ ਸੀ ਹਮਲਾ ਕਰਨ ਦਾ ਔਰ ਹਮਲੇ 'ਚ ਸੰਤ ਜਰਨੈਲ ਸਿੰਘ ਨੂੰ ਮਾਰਨ ਦਾ। ਇਹਨਾਂ ਨੇ ਪਲਾਨ ਕਰ ਲਿਆ ਵੀ ਇਸ ਨੂੰ ਮੁਕਾਓ ਤੇ ਅਸੀਂ ਅਕਾਲੀਏ ਸੈਂਟਰ ਇੰਦਰਾ ਗਾਂਧੀ ਨਾਲ ਰਲ ਗਏ। ਇਹ ਦੋਨੋਂ ਗਰੁੱਪ ਇਕੱਠੇ ਹੋ ਗਏ ਇੱਕ ਤੀਜਾ ਸੰਤ ਜਰਨੈਲ ਸਿੰਘ ਨੂੰ ਖਤਮ ਕਰਨ ਵਾਸਤੇ। ਇਹਨਾਂ ਦਾ ਪਲਾਨ ਸੀ। ਫਿਰ ਇਹ ਦੇਖੋ, ਇਹਦੇ ਵਿੱਚ ਲੌਂਗੋਵਾਲ ਔਰ ਟੌੜਾ ਦੋਨੋਂ ਇਕੱਠੇ ਇੰਦਰਾ ਗਾਂਧੀ ਨਾਲ ਡਾਇਰੈਕਟ ਗੱਲ ਕਰਦੇ ਆ 22/4/1984 ਨੂੰ, ਔਰ ਰਿਕੁਐਸਟ ਕਰਦੇ ਆ ਉਹਨੂੰ ਵੀ ਫੌਜ ਭੇਜ ਦੇ। ਔਰ ਇਹ ਜਿਹੜਾ ਹੈਗਾ ਬਾਬਾ, ਇਹ ਭਿੰਡਰਾਂਵਾਲਾ ਸਾਡੇ ਕਾਬੂ ਤੋਂ ਬਾਹਰ ਹੈ, ਹੁਣ ਤੂੰ ਫੌਜ ਭੇਜ ਦੇ, ਤੈਨੂੰ ਆਪਣਾ ਕਰ। ਇਹਨਾਂ ਨੇ ਲਿਖਤੀ ਚਿੱਠੀਆਂ ਵੀ ਭੇਜੀਆਂ। ਲਿਖਤੀ ਚਿੱਠੀਆਂ ਮੈਂ ਤੁਹਾਨੂੰ ਦੱਸਦਾ। ਇਹ ਦੇਖੋ, ਇਹ ਹਰਚੰਦ ਸਿੰਘ ਲੌਂਗੋਵਾਲ ਦੀ ਲਿਖਤੀ ਚਿੱਠੀ। ਇਸ ਚਿੱਠੀ 'ਚ ਜ਼ਿਕਰ ਹੈ ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਨੇ ਤੁਹਾਡੇ ਨਾਲ ਪਲਾਨ ਬਣਾਇਆ ਉੱਦਾਂ ਕਾਰਵਾਈ ਕਰੋ। ਇਹ ਚਿੱਠੀ ਝੂਠੀ ਨਹੀਂ ਹੈ, ਸੱਚੀ ਹੈ। ਦਵਿੰਦਰ ਸਿੰਘ ਦੁੱਗਲ ਜੋ ਲਾਇਬ੍ਰੇਰੀ ਦਾ ਇੰਚਾਰਜ ਸੀ, SGPC ਦਾ EMPLOYE ਸੀ, ਇਹ ਉਹਨੇ ਟਾਈਪ ਕੀਤੀ ਸੀ। ਉਹਨੇ ਟਾਈਪ ਕਰਕੇ ਬਾਈ ਹੈਂਡ ਇੰਦਰਾ ਗਾਂਧੀ ਦੇ PA RK ਧਵਨ ਨੂੰ ਭੇਜੀ ਸੀ। ਲਿਖਤੀ ਵੀ ਇਹਨਾਂ ਨੇ, ਔਰ ਟੈਲੀਫੋਨ ਤੇ ਵੀ ਇਹ ਰਿਕਾਰਡ ਹੈ। ਇਹ ਟੈਲੀਫੋਨ ਤੇ ਵੀ ਟੌੜੇ ਨੇ ਔਰ ਲੌਂਗੋਵਾਲ ਨੇ ਦੋਨਾਂ ਨੇ ਇੰਦਰਾ ਗਾਂਧੀ ਨਾਲ ਗੱਲ ਕੀਤੀ। ਔਰ ਇਸ ਗੱਲ ਨੂੰ ਕਾਰਪੋਰੇਟ ਕਰਦੇ ਨੇ ਸੰਤ ਸਿੰਘ ਤੇਗ, JNK ਦੇ ਅਕਾਲੀ ਦਲ ਦੇ ਪ੍ਰਧਾਨ ਸੀ। ਉਹ ਕਹਿੰਦੇ ਨੇ, ਬਾਅਦ 'ਚ ਉਹਨਾਂ ਨੇ ਬਿਆਨ ਦਿੱਤਾ ਵੀ ਮੈਂ ਲੌਂਗੋਵਾਲ ਦੇ ਮਿਲਣ ਗਿਆ ਸੀ, ਉਹਦੇ ਕਮਰੇ ਤੋਂ ਬਾਹਰ ਬੈਠਾ ਸੀ, ਮੈਨੂੰ ਸਾਰੀ ਆਵਾਜ਼ ਸੁਣ ਰਹੀ ਸੀ, ਅੰਦਰ ਟੈਲੀਫੋਨ ਤੇ ਗੱਲ ਕਰ ਰਹੇ ਸੀ ਵੀ ਫੌਜ ਭੇਜ ਦਿਓ ਛੇਤੀ, ਸਾਡੇ ਤੋਂ ਕਾਬੂ ਤੋਂ ਬਾਹਰ ਹੈ ਭਿੰਡਰਾਂਵਾਲਾ। ਇੱਕ ਸੰਤ ਸਿੰਘ ਤੇਗ ਨੇ ਇਸ ਨੂੰ ਕਾਰਪੋਰੇਟ ਕੀਤਾ, ਦੂਜਾ ਇਸ ਨੂੰ ਇੰਦਰ ਕੁਲਕਰਨੀ ਹੈ। ਇਸ ਨੇ ਕਿਤਾਬ ਲਿਖੀ ਹੈ ਇੰਦਰਾ ਗਾਂਧੀ ਤੇ। ਇਹ ਟ੍ਰਿਬਿਊਨ ਹੈ 31/10/89। ਉਹਦੇ ਵਿੱਚ ਉਹ ਕਿਤਾਬ ਦੇ ਵਿੱਚ ਲਿਖਦਾ ਵੀ ਲੌਂਗੋਵਾਲ ਨੇ ਟੈਲੀਫੋਨ ਕੀਤੀ ਇੰਦਰਾ ਗਾਂਧੀ ਨੇ, ਤਾਂ ਫੌਜ ਭੇਜੀ ਹੈ, ਵੀ ਇੰਦਰਾ ਗਾਂਧੀ ਦਾ ਇਕੱਲਾ ਕਸੂਰ ਨਹੀਂ ਹੈ, ਇਹ ਤਾਂ ਉਹਨੂੰ ਡਿਫੈਂਡ ਕਰਦਾ। ਮਗਰ ਮੈਂ ਦੱਸ ਰਿਹਾ ਵੀ ਇੰਦਰਾ ਗਾਂਧੀ ਨੇ ਪਲਾਨ ਕਰ ਲਿਆ ਸੀ ਵੀ ਹਮਲਾ ਕਰਨਾ ਔਰ ਮਾਰਨਾ ਇਸ ਨੂੰ। ਸੰਤ ਜਰਨੈਲ ਸਿੰਘ ਨੂੰ ਫੇਕ ਇਨਕਾਊਂਟਰ 'ਚ ਮਾਰਨ ਦੇ 4-5 ਅਟੈਂਪਟ ਕੀਤੇ ਇਹਨਾਂ ਨੇ ਪਹਿਲਾਂ, ਮਗਰ ਉਹ ਕਾਮਯਾਬ ਨਹੀਂ ਹੋ ਸਕੇ। ਸੋ ਇਸ ਕਰਕੇ ਸਿੱਖਾਂ ਦੀ ਤਬਾਹੀ ਇਹਨਾਂ ਨੇ ਹਾਲੇ ਕਰਨੀ ਹੈ। ਸਿੱਖੋ, ਹਾਲੇ ਵੀ ਕੋਈ ਲੀਡਰ ਚਾਹੀਦਾ ਚੁਣ ਲਓ, ਕੋਈ ਅਕਲ ਵਾਲਾ ਚੁਣ ਲਓ। ਇਹੋ ਜਿਹੇ ਜਿਹੜੇ ਹੈਗੇ ਆ ਬਾਦਲਾਂ ਟੌੜਿਆਂ ਵਰਗੇ, ਇਹਨਾਂ ਤੋਂ ਬਚੋ, ਨਹੀਂ ਤੇ ਤੁਹਾਨੂੰ ਤਾਂ ਵੈਸੇ ਕਾਫੀ ਹੁਣ ਤੱਕ ਲੱਖ ਦੇ ਕਰੀਬ। ਹੋਰ ਤੁਹਾਨੂੰ ਮੈਂ ਮਜ਼ੇਦਾਰ ਗੱਲ ਦੱਸਾਂ, ਇਹ ਹੁਣ ਦੀ ਗੱਲ, ਇਹ ਦੇਖੋ ਕ੍ਰਿਮੀਨਲ ਹੈ
दुबे क्रिमिनल है जिसनों पुलिस मुकाबले च मारिया। हुण दी गल अखबार फ्रंट पेज ते उहदी खबर ला रहा, मेन फ्रंट पेज ते खबर है भी दुबे नूं झूठे मुकाबले च मारिया। और पंजाब च हज़ारां मुंडे झूठे मुकाबले च घरों चुक चुक के मारे। किसी बारे भी इस ट्रिब्यून ने नहीं छापिया, किसी ट्रिब्यून ने नहीं छापिया। यह फ्रंट एक क्रिमिनल है, एक क्रिमिनल जिन्हें 8 पुलिस वाले मारे है, यह उस क्रिमिनल की फ्रंट पेज ते मेन खबर है ट्रिब्यून दे विच। अच्छा अगे देखो, जिन्हें भी सिख मुंडे मारे फड़ फड़ के हज़ारां की गिनती च, सुप्रीम कोर्ट ने कोई नोटिस जारी नहीं किया, कोई कॉग्निजेंस नहीं लिया। इत्थे देखो, यह देखो, यह हुण सुप्रीम कोर्ट जिहड़ा है उन्हें नोटिस जारी किया है भी दुबे की जिहड़ी इनकुआरी है वह मेरे सुपरविजन च होए। एक क्रिमिनल की इन्नी इज्जत है, और सिख मुंडे जिहड़े ने किदां जलील करके घरों चुक चुक के मारे इन्होंने। यह तुसीं इंसाफ यह देणगे तुहानूं? वाहिगुरू जी का खालसा, वाहिगुरू जी की फतेह।